Hello, dosto. Welcome to Siddhi Punjab. So today we are going to discuss the next question in the series of our previous year questions discussion. ठीक है जी, गवर्नेंस ਦੇ previous year questions ਅਸੀਂ discuss ਕਰ ਰਹੇ ਹਾਂ। ਅੱਜ ਦਾ question ਹੈ ਆਪਣਾ ਇਹ examine any two recent e-governance initiatives to illustrate how they have enhanced transparency and efficiency in government services. 10 marks का question है, छोटा question है, you have to write quickly, but latest example अगर लिखोगे that will fetch you the maximum marks. ठीक है जी, सो देख लो सिलेबस विच ई गवर्नेंस ਜਿਹੜਾ ਟੌਪਿਕ ਹੈ ਕਲੀਅਰਲੀ ਮੈਂਸ਼ਨਡ ਹੈ ਕੁਐਸਚਨ ਆਣਾ ਆਬਵੀਅਸਲੀ ਲਾਜ਼ਮੀ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਮਲਟੀਪਲ ਕੁਐਸਚਨਸ ਕੈਨ ਬੀ ਆਸਕਡ ਈਚ ਈਅਰ ਕੈਨ ਬੀ ਆਸਕਡ ਤਾਂ ਇਹਨੂੰ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰਕੇ ਰੱਖੋ ਡੂ ਨਾਟ ਇਗਨੋਰ ਦਿਸ ਟੌਪਿਕਸ ਠੀਕ ਹੈ ਜੀ ਲੈਟਸ ਸਟਾਰਟ ਤਾਂ let's just read the question once more examine any two recent initiatives e-governance ਦੇ recent initiatives ਆਪਾਂ ਡਿਸਕਸ ਕਰਨੇ ਆ ਕਿ ਉਹਨਾਂ ਨੇ ਟ੍ਰਾਂਸਪੇਰੈਂਸੀ ਐਫੀਸ਼ੀਐਂਸੀ ਵਧਾਉਣ ਵਿੱਚ ਹੈਲਪ ਕਿਵੇਂ ਕੀਤਾ ਰਾਈਟ ਹੁਣ ਅਗਰ ਤੁਹਾਨੂੰ ਪੰਜਾਬ ਗਵਰਨਮੈਂਟ ਦੇ ਕੋਈ ਪਤਾ ਹੋਣ ਤਾਂ ਬਹੁਤ ਹੀ ਅੱਛਾ ਹੈ ਕਿਉਂਕਿ ਤੁਸੀਂ ਪੰਜਾਬ ਪੀਸੀਐਸ ਦਾ ਪੇਪਰ ਲਿਖ ਰਹੇ ਹੋ ਅਗਰ ਤੁਸੀਂ ਪੰਜਾਬ ਦੀ ਐਗਜ਼ਾਮਪਲ ਲਿਖ ਪਾਓ ਆਬਵੀਅਸਲੀ ਦੈਟ ਵਿਲ ਫੈਚ ਯੂ ਵੈਰੀ ਗੁੱਡ ਮਾਰਕਸ ਬਟ ਕਈ ਵਾਰ ਨਹੀਂ ਹੁੰਦਾ ਪੰਜਾਬ ਦੇ ਇੰਨੇ ਸਾਰੇ ਇਨੀਸ਼ੀਏਟਿਵਸ ਨਹੀਂ ਲਾਂਚ ਹੋ ਰਹੇ ਜਾਂ ਆਪਾਂ ਨੂੰ ਨਹੀਂ ਨੌਲੇਜ ਹੁੰਦੀ ਦੈਨ ਆਬਵੀਅਸਲੀ ਇਹਨਾਂ ਨੇ ਕੁਝ ਮੈਂਸ਼ਨ ਨਹੀਂ ਕੀਤਾ ਹੈ ਤਾਂ ਆਪਾਂ ਇੰਡੀਆ ਲੈਵਲ ਦੇ ਇਨੀਸ਼ੀਏਟਿਵ ਨੂੰ ਲਿਖ ਸਕਦੇ ਹਾਂ ਡਿਸਕਸ ਕਰ ਸਕਦੇ ਹਾਂ right so let's start the discussion ਤੁਸੀਂ ਸ਼ੁਰੂ ਕਿਵੇਂ ਕਰ ਸਕਦੇ ਹੋ introduction start with the definition of e-governance ਨੂੰ simply define ਕਰੋ governance is defined as the application of ICT for providing public services to make it simple moral accountable responsible transparent governance reality ਰਾਈਟ ਇਹ ਸਮਾਰਟ ਜਿਹੜਾ ਇੱਕ ਟੈਕਨੀਕਲ ਕਨਸੈਪਟ ਹੈ ਤੁਸੀਂ ਗਵਰਨੈਂਸ ਥੋੜਾ ਬਹੁਤ ਪੜੋਗੇ ਯੂ ਵਿਲ ਗੈਟ ਟੂ ਨੋ ਅਬਾਊਟ ਇਟ ਠੀਕ ਹੈ ਇਹ ਜੇ ਟੈਕਨੀਕਲ ਵਰਡਸ ਜਦ ਆਪਾਂ ਲਿਖਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਸਬਜੈਕਟ ਸਪੈਸਿਫਿਕ ਵੋਕੈਬਲਰੀ ਬਣ ਜਾਂਦੀ ਹੈ ਸਬਜੈਕਟ ਸਪੈਸਿਫਿਕ ਵੋਕੈਬਲਰੀ ਜਾਂ ਆਪਾਂ ਜਿਨ੍ਹਾਂ ਨੂੰ ਕੀਵਰਡਸ ਕਹਿ ਦਿੰਦੇ ਆ ਇਹਦੇ ਨਾਲ ਹੀ ਆਪਾਂ ਨੂੰ ਥੋੜੇ ਐਡੀਸ਼ਨਲ ਮਾਰਕਸ ਮਿਲਦੇ ਆ that is why this line is good adding a keyword with the definition that is how you can introduce it ਠੀਕ ਹੈ ਜੀ ਥੋੜਾ ਜਿਹਾ ਹੋਰ ਹੀ ਗਵਰਨੈਂਸ ਨੂੰ ਡਿਫਾਈਨ ਕਰ ਸਕਦੇ ਹੋ ਜਸਟ ਡਰਾ ਅ ਡਾਇਗਰਾਮ ਟੂ ਗੈਟ ਗੁੱਡ ਮਾਰਕਸ ਡਾਇਗਰਾਮ ਹੀ ਗਵਰਨੈਂਸ ਤੇ ਐਡ ਕਰੋ ਲਿਖ ਦੋ ਸਿਗਨੀਫੀਕੈਂਸ ਕਿਆ ਹੈ ਹੀ ਗਵਰਨੈਂਸ ਦਾ ਜਿਵੇਂ ਸੈਕੰਡ ਏਆਰਸੀ ਨੇ ਕਿਹਾ ਹੈ ਹੀ ਗਵਰਨੈਂਸ ਇਜ਼ ਗੇਨਿੰਗ ਸਿਗਨੀਫੀਕੈਂਸ ਬਿਕੋਜ਼ ਇਟ ਕੈਨ ਇਨਸ਼ੋਰ ਟ੍ਰਾਂਸਪੇਰੈਂਸੀ ਅਕਾਊਂਟੇਬਿਲਿਟੀ ਰਿਲਾਇਬਿਲਿਟੀ ਐਫੀਸ਼ੀਐਂਸੀ ਇਨ ਦੀ ਫੰਕਸ਼ਨਿੰਗ ਆਫ ਗਵਰਨਮੈਂਟ ਠੀਕ ਹੈ ਜੀ ਸੋ ਇਸੇ ਲਈ ਗਵਰਨਮੈਂਟ ਜਿਹੜੀ ਹੈ ਉਹ ਜਗ੍ਹਾ ਜਗ੍ਹਾ ਤੇ ਨਾਓ ਵੀ ਵਿਲ ਸਟਾਰਟ ਆਵਰ ਬੋਡੀ ਪਾਰਟ ਇਨ ਡਿਟੇਲ ਜਿਹੜੀ ਗਵਰਨਮੈਂਟ ਹੈ ਜਗ੍ਹਾ ਜਗ੍ਹਾ ਤੇ ਈ ਗਵਰਨੈਂਸ ਦੇ ਇਨੀਸ਼ੀਏਟਿਵਸ ਨੂੰ ਪ੍ਰਮੋਟ ਕਰ ਰਹੀ ਹੈ ਚਾਹੇ ਐਜੂਕੇਸ਼ਨ ਸੈਕਟਰ ਹੋਵੇ ਫॉर ਐਗਜ਼ਾਮਪਲ ਸਵੈਮ ਕੋਰਸਿਸ ਐਮਓਓਸੀਸ ਹੈਲਥ ਕੇਅਰ ਦੇ ਸੈਕਟਰ 'ਚ ਹੋਵੇ ਟੈਲੀਮੈਡੀਸਿਨ ਫਾਰਮਰਸ ਨੂੰ ਹੈਲਪ ਕਰਨਾ ਹੋਵੇ ਫॉर ਐਗਜ਼ਾਮਪਲ ਈ ਨਾਮ ਪੋਰਟਲ ਇਸ ਤਰੀਕੇ ਨਾਲ ਆਪਾਂ ਵੇਰੀਅਸ ਐਗਜ਼ਾਮਪਲਸ ਲਿਖਤੀ ਆ ਕਿਉਂਕਿ ਸਾਨੂੰ ਬਹੁਤ ਸਾਰੀ ਐਗਜ਼ਾਮਪਲਸ ਆਉਂਦੀਆਂ ਹੈ ਐਂਡ ਅਸੀਂ ਉਹਨਾਂ ਨੂੰ ਇਨਕੋਰਪੋਰੇਟ ਕਰਨਾ ਚਾਹੁੰਦੇ ਆ ਬਟ ਉਹਨਾਂ ਨੇ ਕਿਹਾ ਕਿ ਐਗਜ਼ਾਮਿਨ ਟੂ ਲੇਟੈਸਟ ਜੋ ਐਗਜ਼ਾਮਪਲਸ ਆ ਇਨੀਸ਼ੀਏਟਿਵਸ ਆ ਉਹਨਾਂ ਨੂੰ ਐਗਜ਼ਾਮਿਨ ਕਰੋ ਸੋ ਇਸ ਲਈ ਇੰਪੋਰਟੈਂਟ ਹੈ ਕਿ ਤੁਸੀਂ ਇੱਥੇ ਇਹ ਗੱਲ ਕਰੋ ਟੂ ਲੇਟੈਸਟ ਈ ਗਵਰਨੈਂਸ ਇਨੀਸ਼ੀਏਟਿਵਸ ਇਨਕਲੂਡ ਜਿਹੜੇ ਵੀ ਦੋ ਸਭ ਤੋਂ ਲੇਟੈਸਟ ਆ ਉਹ ਡਿਸਕਸ ਕਰੋ ਠੀਕ ਹੈ ਮੇਰੇ ਧਿਆਨ ਵਿੱਚ ਇਹੀ ਦੋ ਆਏ ਨੇ ਤੁਸੀਂ ਇਹਨਾਂ ਤੋਂ ਵੀ ਲੇਟੈਸਟ ਬੈਸਟ ਇਨੀਸ਼ੀਏਟਿਵਸ ਜਿਹੜੇ ਤੁਸੀਂ ਕਰੰਟ ਅਫੇਅਰਸ 'ਚ ਪੜ੍ਹੇ ਹੋਣ ਉਹ ਡਿਸਕਸ ਕਰੋ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਵਿਚ ਏਮਸ ਟੂ ਪ੍ਰੋਵਾਈਡ ਯੂਨੀਵਰਸਲ ਹੈਲਥ ਕਵਰੇਜ ਇਹਦੇ ਨਾਲ ਕੀ ਹੋਏਗਾ ਐਕਸੈਸਿਬਿਲਿਟੀ ਤੇ ਅਫੋਰਡੇਬਿਲਿਟੀ ਦੇ ਇਸ਼ੂ ਨੂੰ ਗਵਰਨਮੈਂਟ ਸੋਲਵ ਕਰਨਾ ਚਾਹ ਰਹੀ ਹੈ ਠੀਕ ਹੈ ਇਹਦਾ ਸਿਗਨੀਫੀਕੈਂਸ ਲਿਖਤਾ ਮੇਰਾ ਯੁਵਾ ਭਾਰਤ ਐਮਵਾਈ ਭਾਰਤ ਬਹੁਤ ਹੀ ਲੇਟੈਸਟ ਹੈ 2023 ਚ ਹੀ ਲਾਂਚ ਹੋਇਆ ਹੈ ਇਹਦੇ ਨਾਲ ਡੈਮੋਗ੍ਰਾਫਿਕ ਡਿਵੀਡੈਂਡ ਨੂੰ ਗਵਰਨਮੈਂਟ ਲੀਵਰੇਜ ਕਰਨਾ ਚਾਹੁੰਦੀ ਹੈ ਠੀਕ ਹੈ ਇਹ ਆਪਾਂ ਨੇ ਲਿਖਤਾ ਹੁਣ ਐਗਜ਼ਾਮਿਨ ਕਰਨ ਲਈ ਕਿਹਾ ਹੈ ਆਪਾਂ ਨੂੰ ਐਗਜ਼ਾਮਿਨ ਦਾ ਮਤਲਬ ਹੈ ਕਿ ਅਸੀਂ ਦੂਸਰੀ ਸਾਈਡ ਵੀ ਥੋੜਾ ਦਿਖਾਣਾ ਚਾਹੁੰਦੇ ਹਾਂ ਕਿ ਕਿਵੇਂ ਇਹ ਇਨੀਸ਼ੀਏਟਿਵਸ ਲਾਂਚ ਤਾਂ ਹੋਏ ਹੈ ਬਟ ਕੈਨ ਦੇ ਵੀ ਇੰਟਾਇਰਲੀ ਸਕਸੈਸਫੁਲ ਉਹ ਆਪਾਂ ਉਹ ਐਗਜ਼ਾਮੀਨੇਸ਼ਨ ਕਰਨਾ ਹੈ ਠੀਕ ਹੈ ਜਿਵੇਂ ਡਾਕਟਰ ਡਿਟੇਲ ਚ ਦੇਖਦਾ ਹੈ ਕਿਆ ਬੋਡੀ ਚ ਕਮੀਆਂ ਹੈ ਕਿਆ ਸਹੀ ਹੈ ਕਾਈਂਡ ਆਫ ਤਾਂ ਇਸੇ ਲਈ ਲਿਖਾਂਗੇ ਕਿ ਈ ਗਵਰਨੈਂਸ ਇਨੀਸ਼ੀਏਟਿਵਸ ਤਾਂ ਗਵਰਨਮੈਂਟ ਨੇ ਲਾਂਚ ਕੀਤੇ ਹੈ ਬਟ ਇਹ ਜਿਹੜੇ ਈ ਗਵਰਨੈਂਸ ਇਨੀਸ਼ੀਏਟਿਵਸ ਲਾਂਚ ਕੀਤੇ ਆ ਇਹਨਾਂ ਚ ਇਸ਼ੂਜ਼ ਵੀ ਕਾਫੀ ਨੇ ਠੀਕ ਹੈ ਆਪਾਂ ਮਾਈ ਭਾਰਤ ਕਹਿਤਾ ਜਾਂ ਨੈਸ਼ਨਲ ਡਿਜੀਟਲ ਮਿਸ਼ਨ ਇਹ ਵੀ ਲਾਂਚ ਕੀਤੇ ਆ ਬਟ ਇਹਨਾਂ ਦੇ ਇਸ਼ੂਜ਼ ਕਿਆ ਹੈ ਸਭ ਦੇ ਕੋਲ ਇੰਟਰਨੈਟ ਕਨੈਕਟੀਵਿਟੀ ਨਹੀਂ ਹੈ ਤੁਸੀਂ ਚਾਹੁੰਦੇ ਹੋ ਕਿ ਗਰੀਬਾਂ ਤੱਕ ਪਹੁੰਚਣ ਬਟ ਡੂ ਦੇ ਹੈਵ ਇੰਟਰਨੈਟ ਕਨੈਕਟੀਵਿਟੀ ਛੱਡੋ ਡੂ ਦੇ ਹੈਵ ਇਲੈਕਟ੍ਰਿਸਿਟੀ ਡੂ ਦੇ ਹੈਵ ਵਾਇਰਸ ਦੈਟ ਇਜ਼ ਨੀਡਡ ਡੂ ਦੇ ਹੈਵ ਕੰਪਿਊਟਰਸ ਔਰ ਡੂ ਦੇ ਹੈਵ ਮੋਬਾਈਲ ਫੋਨਸ ਜਿਹਦੇ ਥਰੂ ਉਹ ਇਹ ਗਵਰਨੈਂਸ ਈ ਗਵਰਨੈਂਸ ਦੇ ਇਨੀਸ਼ੀਏਟਿਵਸ ਨੂੰ ਲੀਵਰੇਜ ਕਰ ਸਕਦੇ ਆ ਰਾਈਟ ਉਸ ਤੋਂ ਬਾਅਦ ਅਗਰ ਉਹਨਾਂ ਕੋਲ ਮੋਬਾਈਲ ਵਗੈਰਾ ਹੈਗੇ ਆ ਤਾਂ ਕਿਆ ਉਹ ਡਿਜੀਟਲੀ ਲਿਟਰੇਟ ਹੈ ਇੰਗਲਿਸ਼ ਚ ਪੜ੍ਹ ਸਕਦੇ ਆ ਜਾਂ ਮੋਬਾਈਲਸ ਯੂਜ਼ ਕਰ ਸਕਦੇ ਆ ਔਰ ਇੰਨਾ ਯੂਜ਼ ਕਰ ਸਕਣ ਫੋਨ ਨੂੰ ਕਿ ਉਹ ਈ ਗਵਰਨੈਂਸ ਦੇ ਇਨੀਸ਼ੀਏਟਿਵਸ ਨੂੰ ਯੂਟਿਲਾਈਜ਼ ਕਰ ਸਕਣ
ਰਾਈਟ। ਉਸ ਤੋਂ ਬਾਅਦ ਪ੍ਰਾਈਵੇਸੀ ਥ੍ਰੈਟਸ ਹੈ, ਆਧਾਰ ਦਾ ਆਪਾਂ ਦੇਖਿਆ ਜਗ੍ਹਾ ਜਗ੍ਹਾ ਤੇ ਡਾਟਾ ਥ੍ਰੈਫਟ ਹੋ ਰਹੇ ਨੇ, ਡਿਜੀਟਲ ਡਿਵਾਈਸ ਵੱਧ ਰਹੇ ਨੇ ਬਿਕੋਜ਼ ਆਫ ਈ ਗਵਰਨੈਂਸ ਇਜ਼ ਰਾਈਜ਼ਿੰਗ। ਠੀਕ ਹੈ, ਸੋ ਇਸ ਤਰੀਕੇ ਨਾਲ ਐਗਜ਼ਾਮਿਨ ਪਾਰਟ ਆਪਾਂ ਲਿਖ ਦਿੱਤਾ ਐਂਡ ਦੈਨ ਫਾਈਨਲੀ ਵੀ ਵਿਲ ਕਨਕਲੂਡ। ਦਸ ਗੋਇੰਗ ਫਾਰਵਰਡ ਸਾਨੂੰ ਕੀ ਕਰਨਾ ਚਾਹੀਦਾ ਹੈ, ਸੈਕੰਡ ਏਆਰਸੀ ਦੀ ਰਿਕਮੈਂਡੇਸ਼ਨਸ ਇੰਪਲੀਮੈਂਟ ਕਰਨੀ ਚਾਹੀਦੀਆਂ ਵਿਚ ਇਨਕਲੂਡ ਕੰਪਰੀਹੈਂਸਿਵ ਈ ਗਵਰਨੈਂਸ ਫਰੇਮਵਰਕ। ਸੈਕੰਡ ਏਆਰਸੀ ਨੇ ਰਿਕਮੈਂਡ ਕੀਤਾ ਹੈ ਡਿਜੀਟਲ ਫਿਜ਼ੀਕਲ ਇਨਫਰਾਸਟ੍ਰਕਚਰ ਤੇ ਫੋਕਸ ਕਰਨਾ ਚਾਹੀਦਾ ਹੈ। ਕੈਪੈਸਿਟੀ ਬਿਲਡਿੰਗ ਇਨੀਸ਼ੀਏਟਿਵਸ ਗਵਰਨਮੈਂਟ 'ਚ ਜਿੰਨੇ ਵੀ ਲੋਕ ਵਰਕ ਕਰ ਰਹੇ ਆ ਉਹਨਾਂ ਨੂੰ ਕੰਪਿਊਟਰ ਦੀ ਯੂਸੇਜ ਆਏ, ਡਿਜੀਟਲ ਨੂੰ ਕਿਵੇਂ ਯੂਜ਼ ਕਰਨਾ ਉਹ ਪਤਾ ਹੋਵੇ, that is to be done, right? And developing critical information infrastructure assets protection strategy। ਠੀਕ ਹੈ, ਇਹ ਕੁਝ ਰਿਕਮੈਂਡੇਸ਼ਨਸ ਹੈ, ਅਗਰ ਤੁਸੀਂ ਸੈਕੰਡ ਏਆਰਸੀ ਦੀ ਸਮਰੀ ਪੜੋਗੇ ਯੂ ਵਿਲ ਗੈਟ ਟੂ ਨੋ that ਬਹੁਤ ਹੀ ਅੱਛੀ ਰਿਕਮੈਂਡੇਸ਼ਨਸ ਦਿੱਤੀਆਂ ਜਿਹੜੀਆਂ ਕਿ ਆਪਾਂ ਆਨਸਰਸ 'ਚ ਲਿਖ ਸਕਦੇ ਆ। that is what has been mentioned here। ठीक है, so this is how you can conclude। So I started with the definition of e-governance, थोड़ा e-governance ਦੀ ਪਿਕਚਰ ਕਲੀਅਰ ਕੀਤੀ and then I showed ਕਿ ਕਿਵੇਂ e-governance initiatives ਜਗ੍ਹਾ ਜਗ੍ਹਾ ਤੇ ਆਪਾਂ ਨੂੰ ਹੈਲਪ ਕਰ ਰਹੇ ਨੇ, right? So and ਉਸ ਤੋਂ ਬਾਅਦ finally ਦੋ important initiatives ਨੂੰ discuss ਕੀਤਾ ਹੈ ਆਪਾਂ, right? That is how you can cover this entire answer, right? So if you have any doubt, any query with regard to your preparation, just reach out to us on this number। ਸਾਡੀ website www.siddhipunjab ਤੇ ਤੁਸੀਂ ਸਾਰੀ details ਦੇਖ ਸਕਦੇ ਹੋ courses ਦੀ। if you have any doubt and query, just reach out to us। that is all for today। thank you so much for joining।